ਜਿਹੜੇ ਕਿਸਾਨਾਂ ਵਾਸਤੇ ਕਾਨੂੰਨ ਆ ਉਹ ਨਹੀਂ ਠੀਕ ਹੈਗੇ ਤਾਂ ਹੀ ਉੱਥੇ ਜਾ ਕੇ ਬੈਠੇ ਆ। ਇਹਦੇ ਵਿੱਚ ਕੋਈ ਮੁਸ਼ਕਲ ਨਹੀਂ ਇਹਨਾਂ ਨੂੰ ਸਮਝਣ ਲਈ ਵੀ ਜੇ ਕਿਸੇ ਨੂੰ ਕੋਈ ਚੀਜ਼ ਚਾਹੀਦੀ ਆ ਦੁਕਾਨ ਤੇ ਜਾਂਦਾ ਉਹਨੂੰ ਉਹ ਦਿੱਤੀ ਜਾਂਦੀ ਹੈ ਵੀ ਤੂੰ ਆ ਲੈ ਲੈ, ਤੇ ਉਹ ਨਹੀਂ ਉਹਦੇ ਮਾਫਕ ਨਹੀਂ ਲਊਗਾ। ਜਦੋਂ ਨਹੀਂ ਲੈ ਰਿਹਾ ਫਿਰ ਦੁਕਾਨਦਾਰ ਕਿਉਂ ਉਸ ਨੂੰ ਬਦੋਬਦੀ ਥੋਪਣ ਦੀ ਕੋਸ਼ਿਸ਼ ਹੈ। ਦੇਖੋ MSP ਜੇ ਖਤਮ ਨਹੀਂ ਹੋ ਰਿਹਾ ਫਿਰ ਇਹਨਾਂ ਨੂੰ ਕਾਨੂੰਨ ਵਾਪਸ ਲੈਣ 'ਚ ਕੀ ਹਰਜਾ, ਫਿਰ ਕਿਉਂ ਨਹੀਂ ਲੈਂਦੇ? ਮਤਲਬ ਇਹ ਉਹਨੂੰ ਇਹ ਕੋ ਕਹਿਣਾ ਚਾਹੁੰਦੇ ਆ ਵੀ ਜੀ ਅਸੀਂ ਤੁਹਾਡੀਆਂ ਸਾਰੀਆਂ ਮੰਨ ਲੈਂਦੇ ਪਰ ਇਹ ਢਾਂਚਾ ਇਦਾਂ ਹੀ ਰਹੂਗਾ। ਕਿਉਂ ਢਾਂਚਾ ਇਦਾਂ ਰਹੂਗਾ ਜਦੋਂ ਉਹਦੇ ਅੰਦਰ ਕੁਝ ਹੈ ਹੀ ਨਹੀਂ? ਫਿਰ ਉਹਨੂੰ ਕਿਉਂ ਨਹੀਂ ਵਾਪਸ ਲੈਂਦੇ? ਜਿਹੜਾ ਕਿਸਾਨ ਉਹ ਸਾਰਾ ਦਿਨ ਆਪਣੀ ਫਸਲ ਨੂੰ ਆਪਣੇ ਪੁੱਤਾਂ ਵਾਂਗੂ ਧੀਆਂ ਵਾਂਗੂ ਪਾਲਦਾ, ਤੇ ਉਹ ਹੁਣ ਅਸੀਂ ਕਿੱਦਾਂ ਮੰਨ ਲਈਏ ਕਿ ਉਹਨੂੰ ਜਦੋਂ ਆਪਣੀ ਮਰਜ਼ੀ ਨਾਲ ਆ ਕੇ ਆਪਣੀ ਮਰਜ਼ੀ ਨਾਲ ਬੀਜ ਕੇ ਆਪਣੀ ਮਰਜ਼ੀ ਨਾਲ ਵੱਢ ਕੇ ਜਿੰਨੇ ਮਰਜ਼ੀ ਪੈਸੇ ਦੇ ਕੇ ਲੈ ਜਾਣਗੇ ਤਾਂ ਉਹ ਕੀ ਕਰੂਗਾ? ਲਗਭਗ 90 ਦਿਨਾਂ ਤੋਂ ਵੱਧ ਦਿਨ ਹੋ ਗਏ ਨੇ ਜਿਹੜੇ ਇਹ ਮੁਹਿੰਮ ਚੱਲੀ ਨੂੰ। ਲਗਭਗ ਦਿੱਲੀ ਮੈਨੂੰ ਲੱਗਦਾ ਕਿ 1 ਮਹੀਨੇ ਦੇ ਕਰੀਬ ਦਿੱਲੀ ਗਿਆ ਨੂੰ ਹੋ ਗਿਆ। ਇੰਨੀ ਠੰਡ, ਭੁੱਖੇ ਪਿਆਸੇ, ਜਿੱਦਾਂ ਵੀ ਜੋ ਵੀ ਮਰਜ਼ੀ ਚੱਲ ਰਿਹਾ, ਪਰ ਉਹ ਉੱਥੇ ਬੈਠੇ ਨੇ। ਫਿਰ ਵੀ ਇਹਨਾਂ ਨੂੰ ਕੋਈ ਨਹੀਂ, ਜੂੰ ਨਹੀਂ ਸਰਕਣ ਦੀ ਇਹ ਸਰਕਾਰ ਦੇ ਕੰਨਾਂ ਤੇ। ਹੁਣ ਸਰਕਾਰ ਬਦੋਬਦੀ ਕਹਿ ਰਹੀ ਹੈ ਜੀ ਇਹ ਕਿਸਾਨ ਹੀ ਨਹੀਂ ਕਿ ਜਿਹੜੇ ਬੈਠੇ ਆ ਜੀ, ਇਹ ਤਾਂ ਤਿਆਰ ਕੀਤੇ ਹੋਏ ਉਹਨਾਂ ਦੇ ਬੰਦੇ ਆ ਓਪੋਜੀਸ਼ਨ ਪਾਰਟੀਆਂ ਦੇ। ਜੀ ਓਪੋਜੀਸ਼ਨ ਪਾਰਟੀਆਂ ਦੇ ਬੰਦੇ ਸੀ, ਜੇ ਇੰਨੀ ਗਿਣਤੀ ਜਿਹੜੀ ਓਪੋਜੀਸ਼ਨ ਕੋਲ ਸੀ, ਤੇ ਓਪੋਜੀਸ਼ਨ ਹੀ ਉਦੋਂ ਸਰਕਾਰ ਬਣਾ ਲੈਂਦੀ। ਇਹਨਾਂ ਦੀ ਕਿੱਦਾਂ ਬਣ ਗਈ ਫਿਰ? ਪਰ ਨਹੀਂ, ਉਹਦੇ ਵਿੱਚ ਉਹ ਕਿਸੇ ਨਾ ਤਰ੍ਹਾਂ ਵਲਗਰਾ ਕੇ ਇਹਨਾਂ ਨੂੰ ਪਿੱਛੇ ਹਟਾਉਣਾ ਚਾਹੁੰਦੇ ਨੇ ਵੀ ਆਪਾਂ। ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਪੰਜਾਬੀ ਕਿਸਾਨ, ਅਸੀਂ ਵੀਰ ਭਾਈ ਇੱਦਾਂ ਨਹੀਂ ਜਾਣ ਵਾਲੇ। ਆਪਾਂ ਨੂੰ ਜਦੋਂ ਕਾਨੂੰਨ ਹੀ ਮਾਫਕ ਨਹੀਂ ਗਏ ਤੇ ਸਾਨੂੰ ਇਹਨਾਂ ਵਿੱਚ ਤਬਾਦਲਾ ਨਹੀਂ, ਸਾਨੂੰ ਇਹ ਨਹੀਂ ਚਾਹੀਦੇ। D4U न्यूज़ देख रहे तमाम दोस्तों को दीपक भंडारी का नमस्कार। किसान लगातार केंद्र सरकार की ओर से लाए गए 3 कृषि कानूनों के विरोध में प्रदर्शन कर रहा है। यहाँ पर प्रदर्शन हुआ हर राज्य में। अब दिल्ली की जो है सरहद पर किसान बैठ गया है। पिछले 25 दिनों से वहाँ पर किसान बैठे हुए हैं। लाखों की संख्या में इतनी ठिठुरती सर्दी में वहाँ पर बैठे हुए हैं। ठंड है, कोहरा है, बच्चे, महिलाएं, बुजुर्ग सभी एक ही मांग कर रहे हैं केंद्र सरकार की ओर से जो तीनों कानून कृषि को लेकर लाए गए हैं उन्हें रद्द किया जाए, लेकिन सरकार मान नहीं रही है। आज हम पहुंचे हैं गुरु नानक देव यूनिवर्सिटी में, जहां पर एग्रीकल्चर विभाग के प्रोफेसर अमरिंदर सिंह रियाड़ हमारे साथ हैं। हम इनसे बात करेंगे कि आखिरकार सरकार क्यों नहीं मान रही है, सरकार क्या चाह रही है, सरकार का रवैया मान ना मान मैं तेरा मेहमान वाला क्यों है। सत श्री अकाल प्रोफेसर साहब। सत श्री अकाल जी। प्रोफेसर साहब, लगातार फार्मर है ਜਿਹੜਾ ਉਹ किसान 3 कृषि कानून है उन्होंने लैके ਜਿਹੜਾ एक बड़ा संशय बनया होया भी ਇਹ कृषि कानून। ਪਹਿਲੇ ਤੇ ਸਾਡੀ ਇਹ ਤੁਹਾਡੇ ਅੱਗੇ ਦਰਖਾਸਤ ਹੈ, ਦੱਸੋ ਵੀ कृषि कानून ਲੋਕਾਂ ਨੂੰ ਸ਼ਾਇਦ ਸ਼ਹਿਰੀਆਂ ਨੂੰ ਸਮਝ ਨਹੀਂ ਲੱਗ ਰਹੀ ਵੀ ਅਕਸਰ ਹੈ ਕੀ, ਤੇ ਉਹਨਾਂ ਤੇ ਕਿਤਨਾ ਨੁਕਸਾਨ ਉਹਨਾਂ ਦਾ ਜਿਹੜਾ ਜੇ ਲਾਗੂ ਹੋ ਗਏ ਤਾਂ ਉਹਨਾਂ ਤੇ ਅਸਰ ਕਿਦਾਂ ਪਊਗਾ ਉਹਨਾਂ ਦਾ? ਜੀ ਬਿਲਕੁਲ ਜੀ, ਸਭ ਤੋਂ ਪਹਿਲਾਂ ਤਾਂ ਇਹੀ ਆ ਕਿ ਪਤਾ ਨਹੀਂ ਇਹਨਾਂ ਨੂੰ ਕਿਉਂ ਨਹੀਂ ਸਮਝ ਲੱਗਦੀ। ਇਹ ਤਾਂ ਬਹੁਤ ਸਾਫ਼ ਆ ਕਿ ਸਭ ਤੋਂ ਪਹਿਲਾਂ ਤਾਂ ਇਹੀ ਸਮਝ ਲੱਗ ਜਾਣੀ ਚਾਹੀਦੀ ਆ ਕਿ ਜਿਹੜੇ ਕਿਸਾਨਾਂ ਵਾਸਤੇ ਕਾਨੂੰਨ ਆ ਉਹ ਨਹੀਂ ਠੀਕ ਹੈਗੇ ਤਾਂ ਹੀ ਉੱਥੇ ਜਾ ਕੇ ਬੈਠੇ ਆ। ਇਹਦੇ ਵਿੱਚ ਕੋਈ ਮੁਸ਼ਕਲ ਨਹੀਂ ਇਹਨਾਂ ਨੂੰ ਸਮਝਣ ਲਈ ਵੀ ਜੇ ਕਿਸੇ ਨੂੰ ਕੋਈ ਚੀਜ਼ ਚਾਹੀਦੀ ਆ ਦੁਕਾਨ ਤੇ ਜਾਂਦਾ ਉਹਨੂੰ ਉਹ ਦਿੱਤੀ ਜਾਂਦੀ ਹੈ ਵੀ ਤੂੰ ਆ ਲੈ ਲੈ, ਤੇ ਉਹ ਨਹੀਂ ਉਹਦੇ ਮਾਫਕ ਨਹੀਂ ਲਊਗਾ। ਜਦੋਂ ਨਹੀਂ ਲੈ ਰਿਹਾ ਫਿਰ ਦੁਕਾਨਦਾਰ ਕਿਉਂ ਉਸ ਨੂੰ ਬਦੋਬਦੀ ਥੋਪਣ ਦੀ ਕੋਸ਼ਿਸ਼ ਹੈ। ਪਹਿਲਾਂ ਤਾਂ ਇਹ ਦੱਸਾਂਗੇ ਕਾਨੂੰਨ ਕਹਿਣਾ ਚਾਹੂੰਗਾ ਵੀ ਇਹ ਕਾਨੂੰਨ ਹੀ ਕਾਲੇ ਕਾਨੂੰਨ ਨੇ ਜਿਹੜੇ ਤਹਿਸ ਨਾਸ ਕਰ ਦੇਣਗੇ ਸਾਡੀ ਖੇਤੀ ਨੂੰ। ਪਹਿਲਾਂ ਕਿ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਇਹ ਦੱਸ ਦਾਂ ਕਿ ਪਹਿਲਾ ਕਾਨੂੰਨ ਇਹੀ ਆ ਕਿ ਉਹਨਾਂ ਨੇ ਮੰਡੀਆਂ ਦਾ ਹੀ ਸਿਸਟਮ ਬੰਦ ਕਰ ਦਿੱਤਾ ਵੀ ਮੰਡੀਆਂ ਜਿਹੜੀਆਂ ਨੇ ਵੀ ਖੁੱਲ੍ਹਾ ਬਾਜ਼ਾਰ ਵੀ ਜਿੱਥੇ ਮਰਜ਼ੀ ਜਾ ਕੇ, ਜੋ ਮੈਂ ਕਹਿਣ ਦਾ ਮਤਲਬ ਵੀ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਖਰੀਦੇ, ਪ੍ਰਾਈਵੇਟ ਖਰੀਦਦਾਰ ਜੋ ਮਰਜ਼ੀ ਖਰੀਦ ਸਕਦਾ। ਮਤਲਬ ਜਿਹੜਾ ਪਹਿਲੇ ਅਸੀਂ ਮੰਡੀਆਂ 'ਚ ਵੇਚਦੇ ਸੀਗੇ ਫਾਰਮਰ, ਹੁਣ ਜਾ ਕੇ ਓਪਨ ਕਰਤਾ ਬਾਜ਼ਾਰ ਜਿੱਥੇ ਮਰਜ਼ੀ ਜਾ ਕੇ। ਬਿਲਕੁਲ, ਮਤਲਬ ਉਹਨਾਂ ਦੀ ਮਰਜ਼ੀ ਜਿਹੜਾ ਆਪਣੇ ਉਹ ਮੰਨ ਲੈਣਗੇ, ਪ੍ਰਾਈਵੇਟਾਈਜੇਸ਼ਨ ਹੋ ਗਈ। ਮਤਲਬ ਜਿਹੜਾ ਜੀ ਕਰੂਗਾ ਜਿੰਨਾ ਮੁੱਲ ਦੇ ਕੇ ਦੇ ਸਕਦਾ। ਦੂਜਾ ਜਿਹੜਾ ਉਹਦਾ ਕਣਕ ਤੇ ਝੋਨੇ ਦਾ ਅੱਜ ਜਿਹਦੇ ਕਰਕੇ ਕਿਸਾਨ ਇੱਥੇ ਤੱਕ ਪਹੁੰਚਿਆ ਕਿ ਜੇ ਦੇਖੀਏ ਤੇ ਜਦੋਂ ਇੱਕ ਸਮਾਂ ਸੀਗਾ ਕਿ ਪਹਿਲਾਂ ਕ੍ਰਾਂਤੀ ਤੋਂ ਪਹਿਲਾਂ ਕੋਈ 1947 ਦੇ ਕਰੀਬ, ਉਦੋਂ ਲਗਭਗ ਕਿੰਨੀ ਕੁ ਪ੍ਰੋਡਕਸ਼ਨ ਹੁੰਦੀ ਸੀ, ਇਹਦੀ ਕਿੰਨੀ ਕੁ ਪੈਦਾਵਾਰ ਹੁੰਦੀ, ਕੋਈ ਬਹੁਤ ਥੋੜ੍ਹੀ ਕਹਿ ਲਓ, ਕੋਈ 7-8 ਕੁਇੰਟਲ ਦੇ ਕਰੀਬ ਕਹਿ ਲਓ। ਜਾਂ ਹੁਣ ਇਹਦੀ ਪ੍ਰੋਡਕਸ਼ਨ ਵੱਧ ਕੇ 70 ਗੁਣਾ ਤੱਕ ਪਹੁੰਚ ਗਈ ਹੋਈ ਹੈ। ਕਹਿੰਦਾ ਮਤਲਬ ਕਿ 7 ਗੁਣਾ ਪਹੁੰਚ ਗਈ ਹੋਈ ਹੈ 70 ਕੁਇੰਟਲ ਦੇ ਕਰੀਬ। ਪਰ ਜੇ ਇਹ ਪ੍ਰੋਡਕਸ਼ਨ ਇੰਨੀ ਵਧਾਈ ਆ
ਕਿਸਾਨਾਂ ਨੇ ਮਿਹਨਤ ਕੀਤੀ ਆ, ਜੇ ਇਹਨਾਂ ਕੰਮ ਕਰ ਰਹੇ ਨੇ, ਜੇ ਇੰਨੀ ਪ੍ਰੋਡਕਸ਼ਨ ਵਧੀਆ ਤੇ ਉਹ ਉਹਨਾਂ ਦੀ ਆਪਣੀ ਮਿਹਨਤ ਆ, ਉਹਨਾਂ ਦਾ ਆਪਣਾ ਕੰਮ ਆ। ਜੇ ਉਹਨਾਂ ਨੇ ਜੇ ਉਹਦਾ ਦਾ ਹੱਕ ਲੈਣ ਵਾਸਤੇ ਅੱਜ ਕਣਕ ਤੇ ਝੋਨੇ ਨੇ ਉਹਨਾਂ ਨੂੰ ਪੈਰਾਂ ਤੇ ਕੀਤਾ, ਕਿਉਂਕਿ ਇਹਨਾਂ ਦਾ ਹੀ ਇੱਕ ਜਿਹੜਾ ਕਹਿ ਲਓ ਨਾ ਕਿ ਇੱਕ ਨਿਸ਼ਚਿਤ ਮੁੱਲ ਆ ਉਹ ਦਿੱਤਾ ਜਾਂਦਾ ਸਰਕਾਰ ਵੱਲੋਂ, ਬਾਕੀ ਫਸਲਾਂ ਦਾ ਤਾਂ ਮਿਲਦਾ ਹੀ ਨਹੀਂ। ਹੁਣ ਜੇ ਇਹਦਾ ਇਹ ਵੀ ਹੈ ਕਿ ਜਿੰਨੀ ਪੈਦਾਵਾਰ ਇਹਦੀ ਕ੍ਰਾਂਤੀ ਟਾਈਮ ਜਿੰਨਾ ਝਾੜ ਸੀ ਉਹ ਤੋਂ ਕਈ ਗੁਣਾ, ਇਸ ਕਰਕੇ ਉਹ ਨਹੀਂ ਇਸ ਨੂੰ ਛੱਡ ਨਹੀਂ ਸਕਦਾ। ਉਹਦਾ ਜਿਹੜਾ ਫਿਕਸ ਮੁੱਲ ਆ ਉਹ ਜੇ ਇਹ ਹੁਣ ਕੀ ਕਰ ਰਹੇ ਨੇ ਕਿ ਦੂਜਾ ਕਾਨੂੰਨ ਕੀ ਹੈ ਕਿ ਉਹਦਾ ਫਿਕਸ ਜਿਹੜਾ ਪ੍ਰਾਈਸ ਆ ਉਹ ਵਾਪਸ ਲੈ ਰਹੇ ਨੇ, MSP। ਸੋ MSP ਕਹਿਣ ਦਾ ਮਤਲਬ ਵੀ ਉਹ ਖਤਮ ਹੀ ਹੋ ਰਿਹਾ, ਜਦੋਂ ਵੀ ਜਿੰਨਾ ਮਰਜ਼ੀ ਆਪਣੇ ਮੁੱਲ ਤੇ ਲੈਣਗੇ। ਪਰ ਸਾਹਿਬ ਇਹ ਬਾਰ-ਬਾਰ ਬੀਜੇਪੀ ਵਾਲੇ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਵੀ MSP ਖਤਮ ਨਹੀਂ ਹੋ ਰਿਹਾ, ਵੀ ਸ਼ਾਇਦ ਕਿ ਕਿਸਾਨਾਂ ਨੂੰ ਭੜਕਾਇਆ ਜਾ ਰਿਹਾ। ਦੇਖੋ MSP ਜੇ ਖਤਮ ਨਹੀਂ ਹੋ ਰਿਹਾ ਫਿਰ ਇਹਨਾਂ ਕਾਨੂੰਨ ਵਾਪਸ ਲੈਣ 'ਚ ਕੀ ਹਰਜਾ, ਫਿਰ ਕਿਉਂ ਨਹੀਂ ਲੈਂਦੇ? ਮਤਲਬ ਇਹ ਉਹਨੂੰ ਇਹ ਕੋ ਕਹਿਣਾ ਚਾਹੁੰਦੇ ਆ ਵੀ ਜੀ ਅਸੀਂ ਤੁਹਾਡੀਆਂ ਸਾਰੀਆਂ ਮੰਨ ਲੈਨੇ ਪਰ ਇਹ ਢਾਂਚਾ ਇਦਾਂ ਹੀ ਰਹੂਗਾ। ਕਿਉਂ ਢਾਂਚਾ ਇਦਾਂ ਰਹੂਗਾ ਜਦੋਂ ਉਹਦੇ ਅੰਦਰ ਕੁਝ ਹੈ ਹੀ ਨਹੀਂ? ਫਿਰ ਉਹਨੂੰ ਕਿਉਂ ਨਹੀਂ ਵਾਪਸ ਲੈਂਦੇ? ਕੀ ਹੈ ਇਹ ਇਹਨਾਂ ਦੀ ਕੋਈ ਜਿੱਦ ਆ ਕਿ ਜਿਹੜੀ ਇਹ ਪਕਾਉਣੀ ਚਾਹੁੰਦੇ ਨੇ? ਇਹ ਜਿੱਦ ਪਕਾ ਕੇ ਕੀ ਸਾਬਤ ਕਰਨਾ ਚਾਹੁੰਦੇ ਨੇ? ਜਿਨ੍ਹਾਂ ਲਈ ਜਦੋਂ ਉਹਨਾਂ ਨੂੰ ਜਿਹੜੇ ਅੱਜ ਇਹਨਾਂ ਲੋਕਾਂ ਦਾ ਜਿਹੜਾ ਪੈਦਾਵਾਰ ਕਰਨ ਵਾਲੇ ਉੱਥੇ ਜਾ ਕੇ ਬੈਠੇ ਨੇ, ਕੋਈ ਉਹਨਾਂ ਨੂੰ ਨਹੀਂ ਮਾਫਕ ਹੈਗੇ ਤਾਂ ਹੀ ਉਹ ਕਰ ਰਹੇ ਨੇ। ਸਰਕਾਰ ਕਿਉਂ ਮੁਨਕਰ ਹੈ ਇਸ ਚੀਜ਼ ਤੋਂ? ਉਹਨਾਂ ਨੂੰ ਜਵਾਬ ਦੇਣਾ ਚਾਹੀਦਾ। ਉਹ ਸਿਰਫ ਇਹੀ ਗੱਲ ਕਹੀ ਜਾਂਦੇ ਜੀ ਅਸੀਂ ਆ ਵੀ ਮੰਨ ਲਈ, ਆ ਵੀ ਮਿਲ ਜੇ। ਤੁਸੀਂ ਮੰਨ ਹੀ ਲਈ, ਤੁਸੀਂ ਚੁੱਪ ਕਰਕੇ ਸਾਰੇ ਕਾਨੂੰਨ ਵਾਪਸ ਲਓ, ਕੰਮ ਨਿਬੇੜੋ। ਅੱਛਾ ਪਰ ਇੱਕ ਜਿਹੜਾ ਕੰਟਰੈਕਟ ਫਾਰਮਿੰਗ ਦੀ ਗੱਲ ਕਰ ਰਿਹਾ ਉਹਦੀ ਵੀ ਥੋੜਾ ਜਰਾ ਚਾਨਣਾ ਪਾਣਾ। ਉਹੀ ਕੰਟਰੈਕਟ ਜੇ MSP ਨਹੀਂ ਮੰਨਦੇ, ਜਿਹੜੀ ਕੰਟਰੈਕਟ ਫਾਰਮਿੰਗ ਕਹਿੰਦਾ ਮਤਲਬ ਵੀ ਕਿਸੇ ਨੂੰ ਆਪਾਂ ਕੰਟਰੈਕਟ ਦੇਤਾ, ਉਹਨੇ ਆ ਕੇ ਲੈ ਲਿਆ, ਉਹਨੇ ਹੁਣ ਕੱਲ ਨੂੰ ਇੰਨਾ ਘਾਟਾ ਹੋ ਗਿਆ, ਇੰਨਾ ਫਾਇਦਾ ਹੋ ਗਿਆ, ਉਹ ਕੌਣ ਜ਼ਿੰਮੇਵਾਰ? ਸੋ ਕਹਿਣ ਦਾ ਮਤਲਬ ਵੀ ਕੋਈ ਉਹਦਾ ਸਮਰਥਕ ਮੁੱਲ ਨਹੀਂ ਹੈਗਾ। ਕੰਟਰੈਕਟ ਮੀਨਸ ਕਿਸੇ ਨੂੰ ਕੰਟਰੈਕਟ ਦੇਤਾ, ਇੰਨੇ ਚਿਰ ਲਈ ਠੇਕਾ ਦੇਤਾ, ਤੂੰ ਇੰਨਾ ਚਿਰ ਕਰ, ਉਹਦੇ 'ਚੋਂ ਜੋ ਮਿਲਿਆ ਉਹ ਆਪਣੀ ਮਰਜ਼ੀ ਨਾਲ ਅਸੀਂ ਆਪਣੀਆਂ ਜ਼ਮੀਨਾਂ ਕਿਸੇ ਨੂੰ ਦੇ ਦਈਏ। ਇਹ ਕਿੱਦਾਂ ਹੋ ਸਕਦਾ? ਜੇ ਇੱਕ ਕਿਸਾਨ, ਇੱਕ ਜੱਟ ਜਿਹਦਾ ਮਾਂ ਜਿਹਨੂੰ ਆਪਾਂ ਕਹਿੰਦੇ ਆ ਸਾਡੀ ਜ਼ਮੀਨ ਆ, ਜਿਹਦੇ ਵਿੱਚੋਂ ਅਸੀਂ ਸਾਰੇ ਕੁਝ ਖਾਂਦੇ ਆ, ਜੇ ਅਸੀਂ ਉਹੀ ਅੱਗੇ ਕਿਸੇ ਨੂੰ ਦੇ ਦਾਂਗੇ ਲੈ ਵੀ ਤੂੰ ਕਰ ਦੇ, ਅਸੀਂ ਕੀ ਕਰਨਾ? ਜਿਹਦਾ ਮੁੱਖ ਧੰਦਾ ਹੀ ਫਸਲ ਆ, ਮੁੱਖ ਕੰਮ ਹੀ ਇਹ ਆ, ਉਹ ਕੀ ਕਰਨਗੇ? ਜਿਨ੍ਹਾਂ ਨੇ 24 ਦੇਖੋ ਨਾ ਜਿਹੜਾ ਕਿਸਾਨ ਉਹ ਸਾਰਾ ਦਿਨ ਆਪਣੀ ਫਸਲ ਨੂੰ ਆਪਣੇ ਪੁੱਤਾਂ ਵਾਂਗੂ ਧੀਆਂ ਵਾਂਗੂ ਪਾਲਦਾ, ਤੇ ਉਹ ਹੁਣ ਅਸੀਂ ਕਿੱਦਾਂ ਮੰਨ ਲਈਏ ਕਿ ਉਹਨੂੰ ਜਦੋਂ ਆਪਣੀ ਮਰਜ਼ੀ ਨਾਲ ਆ ਕੇ ਆਪਣੀ ਮਰਜ਼ੀ ਨਾਲ ਬੀਜ ਕੇ ਆਪਣੀ ਮਰਜ਼ੀ ਨਾਲ ਵੱਢ ਕੇ ਜਿੰਨੇ ਮਰਜ਼ੀ ਪੈਸੇ ਦੇ ਕੇ ਲੈ ਜਾਣਗੇ ਤਾਂ ਉਹ ਕੀ ਕਰੂਗਾ? ਠੀਕ ਹੈ, ਇਹ ਆਪਣੇ ਹਿਸਾਬ ਨਾਲ ਨਾ ਵੇਖਣ। ਜੇ ਪਹਿਲੀ ਗੱਲ ਤੇ ਇਹ ਆ ਕਿ ਇਹ ਜਿਹੜੇ ਮੁੱਦੇ ਸੀਗੇ ਇਹ ਸੈਂਟਰ ਦੇ ਮੁੱਦੇ ਨਹੀਂ ਸਨ। ਮਤਲਬ ਇਹ ਸਟੇਟ ਗਵਰਨਮੈਂਟ ਦੇ ਮੁੱਦੇ ਸੈਂਟਰ ਨੇ ਵਿੱਚ ਆਪਣਾ ਹੱਥ ਪਾਲਦਾ। ਬਿਲਕੁਲ ਜੀ ਬਿਲਕੁਲ। ਇਹ ਮੁੱਦੇ ਸੈਂਟਰ ਦਾ ਮਕਸਦ, ਸੈਂਟਰ ਦਾ ਇਨਵੋਲਵਮੈਂਟ ਨਹੀਂ ਸੀਗੀ। ਸੈਂਟਰ ਦੀ ਇਨਵੋਲਵਮੈਂਟ ਹੋਣੀ ਚਾਹੀਦੀ ਟ੍ਰੇਡ ਐਂਡ ਮਾਰਕੀਟਿੰਗ ਲਈ। ਜੋ ਟ੍ਰੇਡਿੰਗ ਆ ਉਹਦੇ ਨਾਲ ਇਹ ਗੱਲ ਕਰਦੇ, ਉਹ ਟ੍ਰੇਡਿੰਗ ਵਾਲੇ ਰੂਲਸ ਨੂੰ ਥੋਪ ਕੇ ਇੱਕ ਜੱਟਾਂ ਦੇ ਉੱਤੇ ਕਿਉਂ ਕਰਨਾ ਚਾਹੁੰਦੇ ਨੇ? ਇੱਕ ਸਟੇਟ ਲੈਵਲ ਦਾ ਮੁੱਦਾ ਸੀਗਾ ਜਿਹਨੂੰ ਉਹ ਸੈਂਟਰ ਆਪਣੇ ਹੱਥਾਂ 'ਚ ਲੈ ਰਹੀ ਹੈ, ਜਿਹਦਾ ਕੋਈ ਮਤਲਬ ਹੀ ਨਹੀਂ ਆ। ਅੱਜ ਪੰਜਾਬ ਸਾਰਾ ਉੱਠ ਕੇ ਉੱਥੇ ਦਿੱਲੀ ਬੈਠਾ ਹੋਇਆ, ਲਗਭਗ 90 ਦਿਨਾਂ ਤੋਂ ਵੱਧ ਦਿਨ ਹੋ ਗਏ ਨੇ ਜਿਹੜੇ ਇਹ ਮੁਹਿੰਮ ਚੱਲੀ ਨੂੰ। ਲਗਭਗ ਦਿੱਲੀ ਮੈਨੂੰ ਲੱਗਦਾ ਕਿ 1 ਮਹੀਨੇ ਦੇ ਕਰੀਬ ਦਿੱਲੀ ਗਿਆ ਨੂੰ ਹੋ ਗਿਆ। ਇੰਨੀ ਠੰਡ, ਭੁੱਖੇ ਪਿਆਸੇ, ਜਿੱਦਾਂ ਵੀ ਜੋ ਵੀ ਮਰਜ਼ੀ ਚੱਲ ਰਿਹਾ, ਪਰ ਉਹ ਉੱਥੇ ਬੈਠੇ ਨੇ। ਫਿਰ ਵੀ ਇਹਨਾਂ ਨੂੰ ਕੋਈ ਨਹੀਂ, ਜੂੰ ਨਹੀਂ ਸਰਕਣ ਦੀ ਇਹ ਸਰਕਾਰ ਦੇ ਕੰਨਾਂ ਤੇ। ਇਹ ਕਹਿੰਦੇ ਅਸੀਂ ਸੇਵਾ ਕਰਦੇ, ਸੇਵਾ ਕਾਹਦੀ? ਮੈਂ ਕਹਿੰਦਾ ਦੇ ਧੱਕਾ ਕਰਦੇ ਆ। ਸਾਹਿਬ ਜਿਵੇਂ ਨਾਰਾ ਦਿੱਤਾ ਗਿਆ ਸੀ ਜੈ ਜਵਾਨ ਜੈ ਕਿਸਾਨ ਦਾ ਨਾਰਾ ਦਿੱਤਾ ਗਿਆ ਸੀ, ਇੱਕ ਹਰੀ ਕ੍ਰਾਂਤੀ ਕਿਸਾਨ ਨੇ ਲਿਆਂਦੀ, ਪੰਜਾਬ ਦੇ ਖਾਸ ਕਰ ਕਿਸਾਨ ਨੇ ਲਿਆਂਦੀ। ਕਿਸਾਨ ਨੂੰ ਅੰਨਦਾਤਾ ਕਿਹਾ ਜਾ ਰਿਹਾ, ਉਹ ਅੰਨਦਾਤਾ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈਗੇ ਸੈਂਟਰ ਸਰਕਾਰ। ਉਹ ਕੀ ਕਹਿੰਦੇ ਹੁੰਦੇ ਆ ਨਾ ਵੀ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਉਣ ਨੂੰ ਹੋਰ, ਕਹਿਣ ਨੂੰ ਤੇ ਅੰਨਦਾਤਾ ਵਾ, ਪਰ ਇਹਨੂੰ ਅੱਜ ਤੱਕ ਹਮੇਸ਼ਾ ਜੋ ਕੁਝ ਵੀ ਮਿਲਿਆ ਸੰਘਰਸ਼ ਕਰਕੇ ਕਰਨਾ ਪਿਆ। ਜਿਹੜੀ ਤੁਸੀਂ ਗੱਲ ਕੀਤੀ ਜੈ ਜਵਾਨ ਜੈ ਕਿਸਾਨ, ਉਹਦੇ ਲਈ ਵੀ ਉਦੋਂ ਵੀ ਉਹਨੂੰ ਉੱਠਣਾ ਪਿਆ। ਪਗੜੀ ਸੰਭਾਲ ਜੱਟਾ ਜੋ 1907 ਵਿੱਚ ਚੱਲੀ ਸੀਗੀ, ਸਭ ਤੋਂ ਲੰਬੀ ਮੁਹਿੰਮ ਸੀਗੀ, ਉਦੋਂ ਵੀ ਇਹਨੂੰ ਲੜਨਾ ਪਿਆ। ਮਤਲਬ ਇਹਨੂੰ ਹੁਣ ਵੀ ਉਹੀ ਅੰਦੋਲਨ, ਮੈਂ ਕਹਿੰਦਾ ਸਭ ਤੋਂ ਲੰਬਾ ਇਹੀ ਅੰਦੋਲਨ ਹੋਵੇਗਾ ਜੇ ਸਰਕਾਰ ਇਹੋ ਕੁਝ ਕਰਦੀ ਗਈ। ਮਤਲਬ ਇਹਨਾਂ ਨੂੰ ਸਮਝ ਨਹੀਂ ਆਉਂਦੀ। ਮੈਂ ਇਹੀ ਕਹਿਣਾ ਕਿ ਇਹਨਾਂ ਨੂੰ ਇਹ ਸਰਕਾਰਾਂ ਇਹਨਾਂ ਮੁੱਦਿਆਂ ਤੋਂ, ਇਹਨਾਂ ਪਾਰਟੀਆਂ ਨੂੰ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਇਸ ਬਾਰੇ ਸੋਚਣਾ ਚਾਹੀਦਾ ਕਿ ਆਪਾਂ ਇੱਕ ਕਿਸਾਨ ਬਣ ਕੇ ਉੱਥੇ ਖਲੋਈਏ। ਕਿਸਾਨ ਨਾਲ ਹੋ ਰਿਹਾ ਇਹ ਕਿਸੇ ਪਾਰਟੀ ਕਿਸੇ ਹੁਣ ਸਰਕਾਰ ਬਦੋਬਦੀ ਕਹਿ ਰਹੀ ਹੈ ਜੀ ਇਹ ਕਿਸਾਨ ਹੀ ਨਹੀਂ ਗੇ ਜਿਹੜੇ ਬੈਠੇ ਆ ਜੀ, ਇਹ ਤਾਂ ਤਿਆਰ ਕੀਤੇ ਹੋਏ ਉਹਨਾਂ ਦੇ ਬੰਦੇ ਆ ਓਪੋਜੀਸ਼ਨ ਪਾਰਟੀਆਂ ਦੇ। ਜੇ ਓਪੋਜੀਸ਼ਨ ਪਾਰਟੀਆਂ ਦੇ ਬੰਦੇ ਸੀ, ਜੇ ਇੰਨੀ ਗਿਣਤੀ ਜਿਹੜੀ ਓਪੋਜੀਸ਼ਨ ਕੋਲ ਸੀ, ਤੇ ਓਪੋਜੀਸ਼ਨ ਹੀ ਉਦੋਂ ਸਰਕਾਰ ਬਣਾ ਲੈਂਦੀ, ਇਹਨਾਂ ਦੀ ਕਿੱਦਾਂ ਬਣ ਗਈ ਫਿਰ? ਇੱਕ ਪ੍ਰਸਬ ਜਿਵੇਂ ਬਾਰ-ਬਾਰ ਇਹ ਕਿਹਾ ਜਾ ਰਿਹਾ ਵੀ ਅਸੀਂ ਸੰਸ਼ੋਧਨ ਕਰਦੇ ਨੇ ਇਹਨਾਂ ਬਿੱਲਾਂ ਦੇ ਵਿੱਚ। ਸੈਂਟਰ ਦੇ ਕਈ ਬੈਠਕਾਂ ਹੋ ਚੁੱਕੀਆਂ ਕਿਸਾਨ ਸੰਗਠਨਾਂ ਦੀਆਂ ਤੇ ਸੈਂਟਰ ਗਵਰਨਮੈਂਟ ਦੇ ਵਜ਼ੀਰਾਂ ਦੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪ ਤਾਂ ਇੱਕ ਵਾਰ ਵੀ ਬੈਠਕ 'ਚ ਨਹੀਂ ਆਏ, ਉਹਨਾਂ ਦੇ ਮੰਤਰੀ ਆ ਰਹੇ, ਤੇ ਮੰਤਰੀ ਤੁਹਾਨੂੰ ਕੀ ਲੱਗਦਾ ਕਿ ਆਪਣੀ ਨੌਕਰੀ ਬਚਾਉਣ ਦੀ ਹੀ ਗੱਲ ਕਰ ਰਹੇ ਨੇ? ਬਿਲਕੁਲ, ਉਹਨਾਂ ਨੂੰ ਇਹੀ ਆ ਕਿ ਕਿਸੇ ਤਰੀਕੇ ਨਾਲ ਇਹ ਇੱਥੋਂ ਜਾਣ। ਆਪਾਂ ਜੋ ਇਹਨਾਂ ਨੂੰ ਇਸ ਮੁੱਦੇ ਤੇ ਆ ਜਾਣ ਕਿ ਆਪਾਂ ਇਹਦੇ ਵਿੱਚ ਰਿਫਾਈਨਮੈਂਟ ਹੋ ਗਈ ਆ, ਜੋ ਤੁਸੀਂ ਚਾਹੁੰਦੇ ਹੋ ਕਰ ਦਿੱਤਾ, ਬਸ ਜੀ ਆਪਾਂ
ਪਰ ਜਦੋਂ ਕਿ ਜਿਹਦੇ ਵਾਸਤੇ ਤੁਸੀਂ ਕਾਨੂੰਨ ਕਹਿ ਰਹੇ ਜੇ ਜਿਹੜੇ ਬਣਾ ਤੇ ਜਿਹੜਾ ਕਿ ਮਤਲਬ ਹੀ ਨਹੀਂ ਸੀਗਾ ਤੁਹਾਡਾ, ਕਿ ਪਹਿਲੀ ਤਾਂ ਗੱਲ ਇਹ ਆ ਵੀ ਤੁਹਾਡਾ ਉਹ ਸਮਾਂ ਤੁਸੀਂ ਜਦੋਂ ਇੱਕ ਐਡੀ ਪੈਂਡੈਮਿਕ ਪ੍ਰੋਬਲਮ ਚੱਲ ਰਹੀ ਆ ਕੋਵਿਡ ਦੀ, ਤੁਸੀਂ ਉਦੋਂ ਚੁੱਕ ਕੇ ਲਿਆ ਕੇ ਵਿੱਚ ਇਹ ਕਾਨੂੰਨ ਵਾੜਤੇ। ਇਹ ਕੋਈ ਤੁਹਾਡੀ ਸਰਕਾਰਾਂ ਵਾਲੀ ਗੱਲ ਆ? ਜਿਹੜੇ ਉਹ ਆਏ ਨੇ ਤੇ ਹੁਣ ਇਹਨਾਂ ਨੂੰ ਇਹ ਆ ਵੀ ਇਹ ਜੇ ਉਹਨਾਂ ਨੂੰ ਨਹੀਂ ਪਸੰਦ ਹੈਗੇ ਉਹ ਆ ਕੇ ਬੈਠੇ ਹੋਏ ਨੇ, ਹੁਣ ਇਹਨਾਂ ਦੇ ਉਹ ਮੰਨਣ 'ਚ ਗੱਲ ਨਹੀਂ ਆਉਂਦੀ ਕਿ ਇਹ ਕਿਉਂ ਬੈਠੇ ਨੇ। ਜਦੋਂ ਬੈਠੇ ਨਹੀਂ ਤੁਸੀਂ ਚੁੱਪ ਕਰਕੇ ਜਿਹੜੀ ਚੀਜ਼ ਉਹ ਨਹੀਂ ਮੰਨ ਸਕਦੇ, ਨਹੀਂ ਲੈ ਸਕਦੇ, ਤੇ ਤੁਸੀਂ ਚੁੱਕ ਕੇ ਵਾਪਸ ਲਓ। ਤੁਸੀਂ ਕਿਉਂ ਇਹ ਕੱਲ ਨੂੰ ਜੇ ਪਹਿਲਾਂ ਕਿਤੇ ਜੱਟ ਕਿਸਾਨ ਜਦੋਂ ਕਿਤੇ ਫਸਲ ਲੈ ਕੇ ਜਾਂਦਾ ਸੀ, ਜੇ ਕਿਤੇ ਉੱਤੇ ਮਾੜੀ ਕਿਤੇ ਕੋਈ ਉਹਦੇ ਕੋਈ ਕਹਿ ਲਓ ਕਿ ਮੌਸਮ ਦੀ ਕਰੋਪੀ ਹੋ ਜਾਂਦਾ ਕੁਛ, ਤੁਸੀਂ ਲੈਂਦੇ ਸੀ ਉਦੋਂ ਤਾਂ ਤੁਸੀਂ ਸਾਬ ਜਾ। ਅੱਜ ਉਹਨੂੰ ਨਹੀਂ ਚੀਜ਼ਾਂ ਚਾਹੀਦੀਆਂ, ਤੁਸੀਂ ਕਿਉਂ ਉਹਨੂੰ ਧੱਕਾ ਕਰ ਰਹੇ ਜੇ? ਕਿਉਂ ਤਾਂ ਚੁੱਪ ਕਰਕੇ ਉਹਨੂੰ ਵਾਪਸ ਲਓ। ਉਹ ਅਸਲ ਵਿੱਚ ਸਾਰੇ ਜਾਣੇ ਇਹ ਢਾਂਚਾ ਬਣਾਉਣਾ ਚਾਹੁੰਦੇ ਆ ਜੀ, ਲਓ ਜੀ ਤੁਹਾਡੀ ਆ ਵੀ ਮੰਨ ਲਈ, ਆ ਵੀ ਮੰਨ ਲਈ, ਹੁਣ ਇਹਦੇ ਨਾਲ ਤੁਸੀਂ ਮਤਲਬ ਵੀ ਸੰਤੁਸ਼ਟ ਹੋ ਕੇ ਘਰਾਂ ਨੂੰ ਜਾ ਸਕਦੇ ਜੇ। ਪਰ ਜਦ ਕਿ ਵੀ ਉਹ ਹੁਣ ਉਹਨਾਂ ਦਾ ਇੱਕ ਬੜਾ ਸਿੱਧਾ ਜਿਹਾ ਜੀ ਆਪਾਂ ਮੰਨ ਗਏ, ਪਰ ਇਹ ਕਾਨੂੰਨ ਨੇ ਬਸ ਇਹਦੇ ਵਿੱਚ ਆਪਾਂ ਤੁਹਾਡੇ ਖਿਲਾਫ ਕੁਛ ਨਹੀਂ ਕੀਤਾ, ਫਿਰ ਰਹਿ ਗਏ ਨੇ। ਪਰ ਨਹੀਂ, ਉਹਦੇ ਵਿੱਚ ਉਹ ਕਿਸੇ ਨਾ ਤਰ੍ਹਾਂ ਵਲਗਰਾ ਕੇ ਇਹਨਾਂ ਨੂੰ ਪਿੱਛੇ ਹਟਾਉਣਾ ਚਾਹੁੰਦੇ ਨੇ ਵੀ ਆਪਾਂ, ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਪੰਜਾਬੀ ਕਿਸਾਨ, ਅਸੀਂ ਵੀਰ ਭਾਈ ਇੱਦਾਂ ਨਹੀਂ ਜਾਣ ਵਾਲੇ। ਆਪਾਂ ਨੂੰ ਜਦੋਂ ਕਾਨੂੰਨ ਹੀ ਮਾਫਕ ਨਹੀਂ ਗਏ ਤੇ ਸਾਨੂੰ ਇਹਨਾਂ ਵਿੱਚ ਤਬਾਦਲਾ ਨਹੀਂ, ਸਾਨੂੰ ਇਹ ਨਹੀਂ ਚਾਹੀਦੇ। ਨਹੀਂ ਭਾਈ ਸਾਹਿਬ, ਜਿਵੇਂ ਬਾਰ-ਬਾਰ ਇਹ ਗੱਲ ਉੱਠ ਰਹੀ ਹੈ, ਕਿਸਾਨਾਂ ਨੇ ਤੇ ਪਿਛਲੀ ਵਾਰ ਇਹ ਕਹਿਤਾ ਯੈਸ ਔਰ ਨੋ, ਹੁਣ ਉਸ ਤੋਂ ਬਾਅਦ ਸਰਕਾਰ ਚੁੱਪ ਕਰ ਗਈ ਹੈ। ਤੁਹਾਨੂੰ ਲੱਗਦਾ ਨਹੀਂ ਵੀ ਪੰਜਾਬ ਦੀ ਜਿਹੜੀ ਹੈ ਇਕਨੋਮੀ ਹੈ ਐਗਰੀਕਲਚਰ ਬੇਸਡ ਹੈ, ਸਾਰਾ ਫਾਰਮਰ ਉੱਥੇ ਚਲਾ ਗਿਆ ਹੈ ਤੇ ਉਹਦਾ ਬਹੁਤ ਜ਼ਿਆਦਾ ਪੰਜਾਬ ਨੂੰ ਨੁਕਸਾਨ, ਪੰਜਾਬ ਤੇ ਪਹਿਲੇ ਵੀ ਬਹੁਤ ਕਾਲੇ ਦੌਰ ਤੋਂ ਗੁਜ਼ਰਿਆ ਹੈ। ਵੇਖੋ, ਜਿਹੜਾ ਜੇ ਗੱਲ ਕਰੀਏ ਨਾ ਖੇਤੀ ਦੀ, ਤੇ ਜੇ ਪੂਰਾ ਆਪਣੇ ਦੇਸ਼ ਦੀ ਗੱਲ ਕਰੀਏ ਤੇ 50% ਜਿਹੜਾ ਸੈਂਟਰ ਪੂਲ ਨੂੰ ਨਾ ਇਹ ਅਨਾਜ ਦਾ ਇਹ ਪੰਜਾਬ ਹੀ ਦੇ ਰਿਹਾ। ਜੇ ਪੰਜਾਬ ਦੇ ਰਿਹਾ, ਅੱਜ ਤੱਕ ਦੇ ਰਿਹਾ, ਹੁਣ ਵੀ ਦਊਗਾ, ਇਹੋ ਜੀ ਗੱਲ ਨਹੀਂ ਹੈ। ਜੇ ਸਾਰਾ ਕਿਸਾਨ ਉੱਥੇ ਗਿਆ ਵਾ ਤਾਂ ਉਹਨਾਂ ਦੇ ਪਰਿਵਾਰ, ਉਹਨਾਂ ਦੀਆਂ ਘਰ ਵਾਲੀਆਂ, ਇਹ ਨਹੀਂ ਗੱਲ ਕਿ ਬੀਬੀਆਂ, ਸਾਰੇ ਇੱਕ ਦੂਜੇ ਨਾਲ ਇੱਥੇ ਫਸਲਾਂ ਲਾ ਕੇ ਸਾਂਭ ਵੀ ਰਹੇ ਨੇ, ਮਗਰ ਜਿਹੜਾ ਕੋਈ ਕਰ ਸਕਦਾ ਕਰ ਰਿਹਾ। ਨੁਕਸਾਨ ਤੇ ਜ਼ਰੂਰ ਹੋਊਗਾ, ਪਰ ਅਸੀਂ ਕਹਿ ਲਓ ਵੀ ਇਹਨਾਂ ਨੂੰ ਇੰਨਾ ਛੋਟਾ ਨੇ, ਸਭ ਕੁਝ ਆਪਣੀ ਕਹਿ ਲਓ ਕਿ ਇੱਕ ਦੂਜੇ ਦੇ ਨਾਲ ਇੱਦਾਂ ਜੁੜ ਕੇ ਇਹਨਾਂ ਨੂੰ ਪਾੜ ਨਹੀਂ ਸਕਦੇ ਜਿੰਨੀ ਮਰਜ਼ੀ ਕੋਸ਼ਿਸ਼ਾਂ ਕਰਨ, ਕਦੀ ਕਿਸੇ ਤਰੀਕੇ ਨਾਲ, ਕਦੇ SYL ਮੁੱਦੇ ਨਾਲ, ਕਦੀ ਕਿਸੇ ਨਾਲ ਇਹਨਾਂ ਨੂੰ ਕਰਨ ਦੀ ਕੋਸ਼ਿਸ਼ ਕਰਦੇ, ਡਿਸਪਰਸ ਕਰਨ ਦੀ, ਪਰ ਇੱਦਾਂ ਨਹੀਂ ਹੋ ਸਕਦਾ। ਸੋ ਇਸ ਕਰਕੇ ਪੰਜਾਬ ਹਮੇਸ਼ਾ ਇਹਦਾ ਅਨਾਜ ਦਾ ਕਹਿ ਲਓ ਕਿ ਬਾਸਕਟ ਰਹੀ ਆ, ਟੋਕਰੀ ਰਹੀ ਆ, ਬੋਲ ਆ ਫੂਡ ਦੀ, ਜਿਹੜੀ ਕਿ ਪੂਰੇ ਦੇਸ਼ ਨੂੰ ਇਹ ਅਨਾਜ ਦਿੰਦੀ ਆ। ਇਹਦਾ ਨੁਕਸਾਨ ਤਾਂ ਨਹੀਂ ਹੋਗਾ, ਪਰ ਇਹਨਾਂ ਨੂੰ ਵੀ ਇਹ ਸਮਝਣਾ ਚਾਹੀਦਾ ਕਿ ਇੱਕ ਪੰਜਾਬ ਦਾ ਹੀ ਜਿਹੜਾ ਮੇਨ ਫਾਰਮਰ ਹੈ, ਜਿਹੜਾ ਇਕੱਲਾ ਪੰਜਾਬ ਨਹੀਂ, ਮੈਂ ਕਹਿੰਦਾ ਮੈਂ ਬਾਕੀ ਸਟੇਟਸ ਦੀ ਵੀ ਗੱਲ ਕਰਦਾ, ਜਿੱਦਾਂ ਕਿ ਹੁਣ ਹਰਿਆਣਾ ਨਾਲ ਤੁਰਿਆ ਹੋਇਆ ਵਾ, UP ਤੋਂ ਲੋਕ ਕਿਸਾਨ ਆ ਰਹੇ। ਬਿਲਕੁਲ ਇਹ ਮੈਂ ਕਹਿੰਦਾ ਕਿ ਪਹਿਲਾਂ ਇਹਨਾਂ ਨੇ ਜ਼ਰੂਰ ਕੋਸ਼ਿਸ਼ ਕੀਤੀ ਆ ਕਿ ਇਹਨਾਂ ਨੂੰ ਜਿਹੜੀਆਂ ਰਾਜਾਂ ਨੇ, ਸਟੇਟ ਨੇ, ਇਹਨਾਂ ਨੂੰ ਵੰਡ ਦਈਏ, ਕਰ ਦਈਏ, ਵੀ ਬੜਾ ਕੁਛ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਨਹੀਂ ਹੋ ਸਕਿਆ। ਕਿਉਂਕਿ ਜਦੋਂ ਇੱਕ ਗੱਲ ਕਿਸਾਨ ਦੀ ਆਈ ਹੈ, ਕਿਸਾਨ ਕਿਸੇ ਵੀ ਰਾਜ ਦਾ ਵਾ, ਤਕਲੀਫ ਹੋਣੀ ਹੋਣੀ ਆ ਜਦੋਂ ਉਹਦੇ ਕੋਲੋਂ ਉਹਦਾ ਕਹਿ ਲਓ ਕਿ ਆਪਣੀ ਉਹਦੀ ਮਾਂ, ਜਿਹਨੂੰ ਆਪਾਂ ਮਿੱਟੀ ਮਾਂ ਕਹਿੰਦੇ, ਤਾਂ ਖੋਈ ਜਾਣੀ ਆ, ਉਹਨੂੰ ਇੰਨੀ ਤਕਲੀਫ ਹੋਣੀ ਆ। ਅੱਛਾ, ਨਾਲੇ ਭਾਈ ਸਾਹਿਬ ਇੱਕ ਜਿਹੜਾ ਗੱਲ ਆਮ 85% ਜਿਹੜੇ ਫਾਰਮਰ ਹੈ ਉਹਨਾਂ ਕੋਲ ਤਾਂ 5 ਏਕੜ ਤੋਂ ਘੱਟ ਜ਼ਮੀਨ ਹੈ, ਤੇ ਉਹਨਾਂ ਦਾ ਤੇ ਇੱਕ ਜਿਹੜੇ ਲੱਖਾਂ ਕਰੋੜਾਂ ਦੇ ਮਾਲਕ ਨੇ, ਉਹਨਾਂ ਦਾ ਮੈਚ ਕੀ ਹੈ? ਕਿ ਸਰਕਾਰ ਨੇ ਕਾਨੂੰਨ ਬਣਾਉਣ ਤੋਂ ਪਹਿਲੇ ਇਹ ਨਹੀਂ ਸੋਚਿਆ? ਦੇਖੋ, ਉਹਨੇ ਸਰਕਾਰ ਨੂੰ ਤੇ ਸਿਰਫ ਇੱਕੋ ਚੀਜ਼ ਦੇਖਦੀ ਸੀਗੀ ਜੀ ਕਿ ਜ਼ਮੀਨਾਂ ਕਿਵੇਂ ਲੈਣੀਆਂ, ਬਸ ਠੀਕ ਹੈ ਨਾ। ਉਹਨਾਂ ਨੇ ਕਾਨੂੰਨ ਬਣਾਏ, ਇਹ ਚੀਜ਼ਾਂ ਲਈਆਂ। ਬਿਲਕੁਲ ਤੁਹਾਡੀ ਗੱਲ ਇਹ ਹੈ ਕਿ ਵੈਸੇ ਤਾਂ ਇਹ ਹੈ ਕਿ ਇਹਦੇ ਨਾਲ ਹਰ ਕਿਸਾਨ ਹੀ ਅਫੈਕਟਡ ਹੋਊਗਾ, ਇਹਦਾ ਕੋਈ ਨਹੀਂ ਹੈ ਕਿ ਸਮਾਲ ਜਾਂ ਲਾਰਜ, ਪਰ ਇਹ ਜ਼ਰੂਰ ਹੈ ਕਿ ਥੋੜ੍ਹਾ ਜਿਹਾ ਇਹਨੂੰ ਥੋੜ੍ਹਾ ਬਰੀਕੀ 'ਚ ਸੋਚਿਆ ਜਾਵੇ। ਤੇ ਇਹ ਜ਼ਰੂਰ ਹੈ ਕਿ ਜਿਹੜਾ ਛੋਟਾ ਕਿਸਾਨ ਉਹ ਤਾਂ ਬਿਲਕੁਲ ਹੀ ਕਹਿ ਲਓ ਵੀ ਖਤਮ ਹੋ ਜਾਊਗਾ। ਪਰ ਮੈਂ ਕਹਿੰਦਾ ਕਿ ਆਪਾਂ ਨੂੰ ਹੁਣ ਇਹ ਚੀਜ਼ਾਂ, ਜੇ ਉਦੋਂ ਸਰਕਾਰ ਇਹ ਸੋਚ ਵੀ, ਤਾਂ ਵੀ ਉਹਨਾਂ ਨੇ ਕਾਨੂੰਨਾਂ ਦੇ ਤੇ ਰਹਿਣਾ ਹੀ ਰਹਿਣਾ ਸੀਗਾ। ਉਹ ਜੋ ਕੁਛ ਹੀ ਆਪਣੇ ਕੋਲ ਹੀ ਆਪਣਾ ਤਾਂ ਢਿੱਡ ਭਰਨਾ ਚਾਹੁੰਦੀ ਆ, ਉਹ ਕੀ ਅਡਾਨੀਆਂ ਬਾਨੀਆਂ ਦਾ, ਮਤਲਬ ਵੀ ਉਹ ਤੇ ਸਮਝ ਨਹੀਂ ਆਉਂਦੀ ਇਹ ਕਰਨਾ ਕੀ ਚਾਹੁੰਦੀ ਆ। ਕਿ ਜਿਹੜੇ ਚੀਜ਼ ਨਾ ਖਾਣਾ, ਕੋਈ ਇਨਸਾਨ ਖਾਦੇ ਬਿਨਾਂ ਤੇ ਨਹੀਂ ਰਹਿ ਸਕਦਾ, ਭੁੱਖਾ ਤੇ ਨਹੀਂ ਸੌਂਗਾ, ਰੋਟੀ ਤੇ ਖਾਣੀ ਪੈਣੀ ਆ, ਅਨਾਜ ਤਾਂ ਲੈਣਾ ਹੀ ਪੈਣਾ। ਹੁਣ ਜੇ ਕਹੀਏ ਵੀ ਜੇ ਇਨਸਟੈਡ ਆਫ ਦਿਸ ਕਿ ਉਹ ਜੀ ਬਣਿਆ ਬਣਾਇਆ ਭੋਜਨ ਜਿਹੜਾ ਪੀਜ਼ੇ ਤੇ 버ਗਰ ਖਾ ਲੈਣਗੇ, ਉਹ ਕਿੱਥੋਂ ਬਣਨੇ ਆ? ਉਹ ਵੀ ਤਾਂ ਇਹਨਾਂ ਤੋਂ ਹੀ ਬਣਨੇ, ਕਿੱਥੋਂ ਆ ਜਾਣੇ ਆ? ਕਿ ਉਹਨਾਂ ਨੇ ਸਿੱਧੀਆਂ ਉਹਨਾਂ ਨੇ ਆਪਣੀਆਂ ਕਹਿ ਲਓ ਕੰਪਨੀਆਂ ਦੇ ਵਿੱਚੋਂ ਅੰਡਾਨੀਆਂ ਨੇ ਪੈਕ ਕਰਕੇ ਭੇਜ ਦਿਆ ਕਰਨੇ ਜੀ, ਇਹਦੇ ਲਈ ਸਾਨੂੰ ਕਣਕ ਝੋਨਾ ਲਾਉਣ ਦੀ ਲੋੜ ਨਹੀਂ, ਆਪਾਂ ਸਿੱਧਾ ਭੇਜ ਦਿਆ ਕਰਾਂਗੇ। ਸੋ ਇਸ ਕਰਕੇ ਇਹ ਚੀਜ਼ਾਂ ਦਾ ਕੋਈ ਮਤਲਬ ਨਹੀਂ ਹੈ। ਉਹੀ ਗੱਲ ਹੈ ਜਿੱਦਾਂ ਪਹਿਲਾਂ ਇਹਨਾਂ ਨੇ ਉਹ ਜੀਓ ਵਾਲਾ ਸਿਸਟਮ ਸੀਗਾ, ਪਹਿਲਾਂ ਫ੍ਰੀ ਦੇ ਕੇ ਸਾਰਿਆਂ ਨੂੰ ਬਰਖਲਾ ਲਿਆ, ਤੇ ਹੁਣ ਮਗਰੋਂ ਜੀ ਚੱਕ ਲਿਆ, ਤੇ ਹੁਣ ਉੱਤੋਂ ਲਿਆ ਕੇ ਆ ਵਿੱਚ ਦੇਤੇ ਆ ਕਾਨੂੰਨ। ਮਤਲਬ ਵੀ ਇਹ ਜੇ ਇੰਨੇ ਹੀ ਹੇਤੂ ਸੀਗੇ ਲੋਕਾਂ ਦੇ, ਤੇ ਫਿਰ ਉਹਨਾਂ ਨੂੰ ਪੁੱਛ ਲੈਂਦੇ, ਉਹਨਾਂ ਨਾਲ ਗੱਲ ਕਰ ਲੈਂਦੇ। ਉਦੋਂ ਕਿ ਉਹਨੇ ਇਹਨਾਂ ਨਾਲ ਗੱਲ ਕੀਤੀ, ਹੁਣ ਚੁੱਪ ਚੱਪੀ ਤੇ ਲਿਆ ਕੇ ਜਦੋਂ ਇੰਨੇ ਮਹੀਨਿਆਂ ਦੇ ਸਾਰੇ ਸ਼ਾਂਤ ਬੈਠੇ ਲਿਆ ਕੇ ਵਿੱਚ ਲਿਆ ਕਾਨੂੰਨ ਦੇ ਤੇ
ਇਹ ਕੀ ਸੀਗੇ, ਇਹ ਕੀ ਇਹ ਤਮਾਸ਼ਾ ਹੀ ਹੈ। ਪੈਸੋ ਤੁਹਾਨੂੰ ਕੀ ਲੱਗਦਾ ਫਿਰ ਇੱਕ ਸੋਚੀ ਸਮਝੀ ਸ਼ਾਇਦ ਸਾਜ਼ਿਸ਼ ਦੇ ਤਹਿਤ ਜਿਹੜੀਆਂ ਕਿਸਾਨ ਦੀ, ਕਿਉਂਕਿ ਫਾਰਮ ਜਿਹੜੀ ਹੈ ਇਕਨੋਮੀ ਬਹੁਤ ਵੱਡੀ ਹੈ ਫਾਰਮਿੰਗ ਦੀ, ਫੂਡ ਹਰ ਬੰਦੇ ਨੂੰ ਚਾਹੀਦਾ। ਪਹਿਲੇ ਹੌਲੀ ਹੌਲੀ ਕਰਕੇ ਸਾਰੀਆਂ ਚੀਜ਼ਾਂ ਜਿਵੇਂ ਉਹਨਾਂ ਨੂੰ ਦਿੱਤੀਆਂ ਗਈਆਂ ਕਿ ਇਹ ਵੀ ਫੂਡ ਵੀ ਇਸੇ ਕਰਕੇ ਉਹਨਾਂ ਨੂੰ ਦਿੱਤਾ ਜਾ ਰਿਹਾ ਵੀ ਕੁਝ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋ ਜਾਵੇ ਪੰਜਾਬ ਦੇ ਉੱਤੇ ਜਾਂ ਪੂਰੇ ਦੇਸ਼ ਦੇ ਉੱਤੇ ਤੇ ਆਪਣੀ ਮਨਮਰਜ਼ੀ ਕਰਨ। ਵੇਖੋ ਇਹ ਤਾਂ ਨਹੀਂ ਆਪਾਂ ਕਹਿ ਸਕਦੇ ਕਿ ਇਹਦੇ ਬਾਰੇ ਇਹਨਾਂ ਨੇ ਇਹ ਸਾਜੀ, ਪਰ ਇਹ ਤਾਂ ਕਲੀਅਰ ਆ ਕਿ ਜਿਹੜੇ ਉਹਨਾਂ ਦੇ ਜਿਹੜੇ ਚੰਗੇ ਕਹਿ ਲਓ ਵੀ ਜਿੱਦਾਂ ਤੁਸੀਂ ਕਹਿੰਦੇ ਕਿ ਉਹਨਾਂ ਦੇ ਗੱਲ ਹੀ ਰਲਦੇ ਘਰਾਣੇ ਆ ਜਿਨ੍ਹਾਂ ਨੂੰ ਉਹ ਸਾਰਾ ਕੁਝ ਦੇਣਾ ਚਾਹੁੰਦਾ ਵਾ, ਸਿੱਧਾ ਕਹੀਏ ਵੀ ਜੇ ਕਹਿਦਾ ਮੈਂ ਵੀ ਸਾਡਾ ਪ੍ਰਧਾਨ ਮੰਤਰੀ, ਤਾਂ ਫਿਰ ਤਾਂ ਇਹੋ ਹੀ ਸੋਚ ਕੇ ਕੀਤਾ ਉਹਨੇ, ਕਿਉਂਕਿ ਮੈਕਸਿਮਮ ਜਿਹੜੀ ਆਪਣੀ ਜਿਵੇਂ ਗੱਲ ਕੀਤੀ ਹੈ ਕਿ ਇਕਨੋਮੀ ਇਜ਼ ਬੇਸਡ ਔਨ ਐਗਰੀਕਲਚਰ, ਤੇ ਉਹਨੂੰ ਇਹੀ ਲੱਗਾ ਕਿ ਹੁਣ ਕਿਉਂ ਨਾ ਇਹਦੇ ਉੱਤੇ ਨੱਥ ਪਾਈ ਜਾਵੇ, ਕਿਉਂ ਨਾ ਇਹਨੂੰ ਖਾ ਲਿਆ ਜਾਵੇ। ਪਰ ਉਹਨੂੰ ਇਹ ਭੁਲੇਖਾ ਵਾ ਕਿ ਬਿਹਾਰ ਵਾਂਗੂ ਚੁੱਪ ਰਹਿਣ ਵਾਲੇ ਲੋਕ ਨਹੀਂ ਹੈਗੇ, ਜੇ ਉਹਨਾਂ ਨੂੰ ਛੇੜੇਗਾ ਨੁਕਸਾਨ ਹੋਊਗਾ। ਇਹ ਇਦਾਂ ਦੇ ਕਿਸੇ ਨੂੰ ਆਪਣੀ ਪੈੜੀ, ਇਹ ਤਾਂ ਸਗਿਆਂ ਨੂੰ ਨਹੀਂ ਭਰਾਵਾਂ ਨੂੰ ਨਹੀਂ ਪੈੜੀ 'ਚ ਵੜਨ ਦਿੰਦੇ, ਤੂੰ ਕਿੱਧਰੋਂ ਸੋਚ ਲਿਆ ਕਿ ਤੂੰ ਆ ਕੇ ਇੰਨਾ ਕੁਝ ਕਰ ਲੇਗਾ। ਸੋ ਇਸ ਕਰਕੇ ਹੁਣ ਉਹਨੂੰ ਪਤਾ ਨਹੀਂ ਹੁਣ ਕੀ ਆ ਕਿ ਉਹਨਾਂ ਦੇ ਦਿਮਾਗ 'ਚ ਕਿ ਉਹਨਾਂ ਨੂੰ ਇੰਝ ਲੱਗਦਾ ਕਿ ਸ਼ਾਇਦ ਇਹ ਆਪਾਂ ਵਾਪਸ ਲੈ ਲਏ, ਸਾਡੀ ਸਰਕਾਰ ਦੀ ਬੇਇੱਜ਼ਤੀ ਹੋਊਗੀ ਜਾਂ ਕੀ ਆ। ਜੇ ਸਰਕਾਰ ਲੋਕਾਂ ਲਈ ਨਹੀਂ ਆ, ਉਹਦੀ ਇੱਕ ਪਰਸਨਲ ਪ੍ਰਾਪਰਟੀ ਆ ਕਿ ਉਹਨੂੰ ਇਹ ਬੇਇੱਜ਼ਤੀ ਮਹਿਸੂਸ ਹੁੰਦੀ ਆ, ਉਹਦੀ ਈਕੋ ਹਰਟ ਹੁੰਦੀ ਜਾਂ ਉਹਨੂੰ ਕੀ ਹੁੰਦਾ ਕਿ ਮੈਂ ਕੀਤੇ ਆ। ਇਹਦੇ 'ਚ ਜਦੋਂ ਲੋਕਾਂ ਲਈ ਗੱਲ ਕਰ ਰਹੇ ਤਾਂ ਲੋਕਾਂ ਨੇ ਜੋ ਕਿਹਾ ਵਾ ਵੀ ਉਹਨਾਂ ਨੂੰ ਨਹੀਂ ਚਾਹੀਦਾ ਤਾਂ ਉਹਨੂੰ ਵਾਪਸ ਇੱਕ ਬਹੁਤ ਸਿੱਧਾ ਜਿਹਾ ਮੁੱਦਾ ਵਾ। ਮੈਨੂੰ ਲੱਗਦਾ ਨਹੀਂ ਹੈ ਕਿ, ਪਰ ਮੈਂ ਤਾਂ ਇਹੀ ਕਹੂੰਗਾ ਕਿ ਜੇ ਉਹਨਾਂ ਨੂੰ ਇਹ ਚੀਜ਼ ਲੱਗਦੀ ਤਾਂ ਅਸੀਂ ਇਹੀ ਕਹਾਂਗੇ ਕਿ ਸਰਕਾਰ ਨੂੰ ਇਸ ਚੀਜ਼ ਬਾਰੇ ਸੋਚਣਾ ਚਾਹੀਦਾ ਕਿ ਜਿਹੜੀ ਚੀਜ਼ ਜਿਨ੍ਹਾਂ ਵਾਸਤੇ ਨਹੀਂ ਆ ਉਹਨਾਂ ਨੂੰ ਨਾ ਦੇਵੇ। ਹੁਣ ਕਦੀ ਉਹਨਾਂ ਨੂੰ ਬੁਲਾ ਕੇ ਆਪਾਂ ਬਹਿ ਕੇ ਬੈਠਕ ਕਰਾਂਗੇ। ਹੁਣ ਇਹਨਾਂ ਮੁੱਦਿਆਂ 'ਤੇ ਬੈਠਕ ਕਰਨ ਦਾ ਕੀ ਮਤਲਬ? ਜਦੋਂ ਲੋੜ ਸੀ ਉਦੋਂ ਬਹਿ ਕੇ ਗੱਲ ਕਰਦੇ ਕੀ ਇਹਦੀ ਡਿਸਕਸ਼ਨ ਆ। ਮੈਨੂੰ ਨਹੀਂ ਲੱਗਦਾ ਕਿ ਹੁਣ ਇਸ ਚੀਜ਼ ਬਾਰੇ ਕੁਝ ਹੋਰ ਵਿਚਾਰ ਕਰਕੇ ਇਹਨੂੰ ਸਿੱਧਾ ਜਿਹਾ ਸਪਸ਼ਟ ਜਵਾਬ ਆ ਸਾਡਾ ਵੀਰਾਂ ਭਰਾਵਾਂ ਦਾ, ਕਿਸਾਨਾਂ ਦਾ, ਕਿ ਇਸ ਨੂੰ ਵਾਪਸ ਲਿਆ ਜਾਵੇ ਬਸ। ਤਾਂ ਪਰ ਸਭ ਜਿਵੇਂ ਇਹ ਤਾਂ ਅੰਦਰ ਬੈਠੇ ਨੇ ਆਪਣੀ ਏਸੀ ਕਮਰਿਆਂ 'ਚ ਜਾਂ ਗਰਮ ਹੀਟਰ ਲਗਾ ਕੇ ਉੱਥੇ ਕਾਨੂੰਨ ਬਣਾ ਦਿੰਦੇ ਨੇ, ਤੇ ਕਿਸਾਨ ਪਿਛਲੇ 90 ਦਿਨਾਂ ਤੋਂ ਹੁਣ ਜੇ 25 ਦਿਨਾਂ ਤੋਂ ਦਿੱਲੀ ਦੇ ਬਾਰਡਰ ਇੰਨੀ ਕੜਾਕੇ ਦੀ ਠੰਡ ਆ, ਸਾਡੇ ਇੱਥੇ ਖੜਿਆਂ ਹੱਥ ਅਸੀਂ ਗਰਮ ਕੱਪੜੇ ਪਾਏ, ਸੁੰਨ ਹੋਣ ਡਏ ਆ, ਤੇ ਕੀ ਇਹਨਾਂ ਨੂੰ ਨਹੀਂ ਲੱਗਦਾ ਇਹ ਰਾਜਿਆਂ ਨੂੰ, ਮੈਂ ਇਹ ਕਹਾਂਗੇ ਵੀ ਇਹ ਰਾਜੇ ਹੋ ਚੁੱਕੇ ਨੇ, ਇਹ ਰਾਜਿਆਂ ਨੂੰ ਆਪਣੀ ਜਨਤਾ ਦਾ, ਆਪਣੀ ਪ੍ਰਜਾ ਨੂੰ ਇਦਾਂ ਮਰਨ ਨਹੀਂ ਦੇਣਾ ਚਾਹੀਦਾ, ਇਹਨਾਂ ਲਈ ਕੁਝ ਸੋਚਣਾ ਚਾਹੀਦਾ। ਇਹ ਕਹਿਣ ਨੂੰ ਤੇ ਚਲੋ ਰਾਜੇ ਆ, ਪਰ ਰਾਜਿਆਂ ਵਾਲੇ ਕੋਈ ਲੱਛਣ ਤੇ ਹੈ ਨਹੀਂ ਇਹਨਾਂ ਦੇ। ਰਾਜਾ ਦਾ ਫਰਜ਼ ਹੁੰਦਾ ਕਿ ਹਰ ਇੱਕ ਲੀਡਰ ਦਾ ਅੱਛਾ ਰੋਲ ਹੁੰਦਾ ਕਿ ਆਪਣੀ ਜਿਹੜੇ ਲੋਕ ਨੇ ਉਹਨਾਂ ਬਾਰੇ ਸੋਚੇ, ਉਹਨਾਂ ਨੂੰ ਪੁੱਛੇ। ਉਹ ਇੱਕ ਉਹਨਾਂ ਨੂੰ ਇੱਕ ਠੰਡ ਦੇ ਵਿੱਚ ਉੱਥੇ ਬੈਠੇ ਨੇ ਜਾਂ ਜਿੱਦਾਂ ਵੀ ਕਿਵੇਂ ਨੇ, ਉਹਨਾਂ ਨੇ ਮਤਲਬ ਕਹਿ ਲਓ ਕਿ ਮਰਨ ਤੱਕ ਦਾ ਸੋਚਿਆ ਵੀ ਕੋਈ ਨਹੀਂ ਆਪਾਂ ਇੱਥੋਂ ਮਰ ਕੇ ਵੀ ਚੱਲ ਜਾਂਗੇ, ਪਰ ਕੋਈ ਗੱਲ ਨਹੀਂ, ਆਪਾਂ ਜਾਣਾ ਨਹੀਂ, ਆਪਾਂ ਨੂੰ ਕਾਨੂੰਨ ਵਾਪਸ ਚਾਹੀਦੇ ਨੇ, ਆਪਾਂ ਇਹ ਕਾਨੂੰਨ ਨਹੀਂ ਰੱਖਣੇ। ਸੋ ਜੇ ਇੰਨਾ ਹੀ ਉਹ ਮਤਲਬ ਵੀ ਕਹੀਏ ਵੀ ਇੰਨੀ ਉਹਨਾਂ ਨੂੰ ਤਕਲੀਫ ਮਹਿਸੂਸ ਹੁੰਦੀ ਜੇ ਉਹਨਾਂ ਨੂੰ ਪਤਾ ਹੁੰਦਾ ਕਿ ਇੱਕ ਪੀੜ ਕੀ ਹੁੰਦੀ ਆ, ਕਿ ਇੱਕ ਗਰਮੀ ਦੇ ਵਿੱਚ, ਇੱਕ ਠੰਡ ਦੇ ਵਿੱਚ ਆਪਣੀ ਖੇਤੀ ਕਰਨੀ ਜਾਂ ਆਪਣੇ ਉਸ ਅਨਾਜ ਨੂੰ ਤਿਆਰ ਕਰਕੇ ਉਹਨਾਂ ਦੇ ਮੂੰਹ ਤੱਕ ਪਹੁੰਚਾਉਂਦੇ ਸੀਗੇ, ਉਹਨੂੰ ਕਿਵੇਂ ਸਹਿਣ ਕੀਤਾ ਹੋਇਆ ਵਾ ਜਾਂ ਕਿਵੇਂ ਨਹੀਂ ਆ। ਇਹਨਾਂ ਨੂੰ ਭੁਲੇਖਾ ਵਾ, ਉਹਨਾਂ ਨੂੰ ਉੱਥੇ ਰਹਿਣ 'ਚ ਕੋਈ ਹਰਜ ਨਹੀਂ ਆ। ਉਹ ਤਾਂ ਕਹਿ ਲਓ ਵੀ ਜਿਹੜੇ ਸਾਰੀ ਰਾਤ ਪੈਲੀਆਂ ਦੇ ਵਿੱਚ, ਪਾਣੀਆਂ ਦੇ ਵਿੱਚ, ਠੰਡ ਦੇ ਵਿੱਚ, ਉੱਤੋਂ ਕਹਿ ਲਈਏ ਵੀ ਗਰਮੀਆਂ ਦੇ ਦਿਨਾਂ ਵਿੱਚ ਤਪਦੇ ਦੁਪਹਿਰੇ ਜਦੋਂ ਸਾਰਾ ਕੰਮ ਕਰ ਸਕਦੇ, ਉਹਨਾਂ ਨੂੰ ਇਹਨਾਂ ਨਾਲ ਕੋਈ ਫਰਕ ਨਹੀਂ ਪੈਣਾ। ਪਰ ਇਹਨਾਂ ਨੂੰ ਇਸੇ ਕਰਕੇ ਮਹਿਸੂਸ ਨਹੀਂ ਹੈ ਕਿਉਂਕਿ ਇਹਨਾਂ ਨੂੰ ਪਤਾ ਨਹੀਂ, ਇਹਦੇ ਅੰਦਰ ਬਹਿ ਕੇ ਕਾਨੂੰਨ ਲਿਖਣ ਵਾਲੇ ਨੇ। ਬਾਕੀ ਜੋ ਮਰਜ਼ੀ ਇਹ ਕਰ ਸਕਦੇ ਸੀਗੇ ਜਿਹੜੇ ਇਹਨਾਂ ਨਾਲ ਧੰਦਿਆਂ ਨਾਲ ਜੁੜੇ ਸੀ। ਖੇਤੀ ਧੰਦਾ ਇੱਕ ਇਹਨਾਂ ਦੇ ਮਾਫਕ ਨਹੀਂ ਸੀ, ਜਿਹੜਾ ਇਹਨਾਂ ਨੇ ਕਦੀ ਵੇਖਿਆ ਹੀ ਨਹੀਂ। ਇਹਨਾਂ 'ਚੋਂ ਕਿਹੜਾ ਵਾ ਜਿਹੜਾ ਖੇਤੀ ਕਰਨ ਵਾਲਾ ਸੀ, ਜਿਹਨੂੰ ਪਤਾ ਹੀ ਪਿਆ ਕੀ ਆ? ਮੈਨੂੰ ਤਾਂ ਲੱਗਦਾ ਕਈਆਂ ਨੂੰ ਇਹ ਨਹੀਂ ਪਤਾ ਹੋਣਾ ਕਿ ਇੱਥੇ ਬੈਠਿਆਂ ਨੂੰ ਕਿ ਫਸਲ ਕਿਹੜੀ ਆ। ਜਦੋਂ ਉਹਨਾਂ ਨੂੰ ਪਤਾ ਨਹੀਂ ਕਿ ਧੰਦੇ ਕੀ ਆ, ਤਾਂ ਉਹ ਇੱਕ ਧੰਦਿਆਂ ਦੇ ਕਾਨੂੰਨ ਕਿਵੇਂ ਬਣਾ ਸਕਦੇ ਆ? ਰੱਬੀ ਕਿਹੜੀ ਦੀ ਸੌਣੀ ਖੜੀ ਆ, ਇਹਨਾਂ ਨੂੰ ਇਹੀ ਪੁੱਛ ਲਓ ਵੀ ਹਾੜੀ ਕਿਹੜੀ ਆ, ਕੋਈ ਪਤਾ ਨਹੀਂ ਹੈ। ਇਹ ਖਰੀਫ ਦਾ ਨਹੀਂ ਪਤਾ, ਬਿਲਕੁਲ ਨਹੀਂ। ਇਹ ਤੇ ਬਸ ਕਹਿ ਲਓ ਵੀ ਆਪਣੇ ਆਪ ਨੂੰ ਇਹ ਬਣਾਉਣ ਲੱਗੇ ਜੀ ਆਪਾਂ ਤੇ ਵੀ ਇਹਦਾ ਬਹੁਤ ਵੱਡਾ ਕੋਈ ਕਹਿ ਲਓ ਵਾਧਾ ਕਰਨ ਲੱਗੇ ਆ, ਵਿਧਾਨ ਕਰਨ ਲੱਗੇ ਜੀ, ਆਪਾਂ ਉੱਪਰ ਚੁੱਕ ਕੇ ਲੈ ਕੇ ਚੱਲੇ ਆ ਇਸ ਧੰਦੇ ਨੂੰ। ਨਹੀਂ, ਇਹ ਬੇੜਾ ਗਰਕ ਕਰ ਰਹੇ ਸੀਗੇ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਹਨਾਂ ਨੂੰ ਸੋਚਣ ਦੀ ਬਜਾਏ ਇਹਨਾਂ ਨੂੰ ਚੁੱਪ ਕਰਕੇ ਬਹੁਤ ਚੰਗੀ ਗੱਲ ਕੇ ਵਾਪਸ ਲੈ ਲੈਣ। ਤੇ ਪਾਸ਼ਾ ਤੁਸੀਂ ਕੁਝ ਹੋਰ ਕਹਿਣਾ ਚਾਹੋ? ਮੈਂ ਤਾਂ ਇਹੀ ਕਹੂੰਗਾ ਕਿ ਮੇਰੇ ਕਿਸਾਨ ਵੀਰੋ, ਭਰਾਵੋ, ਆਪਾਂ ਸਾਰੇ ਤੁਹਾਡੇ ਨਾਲ ਆ। ਕਿਸੇ ਵੀ ਤਰੀਕੇ ਦੇ ਨਾਲ, ਕਿਸੇ ਵੀ ਤਰੀਕੇ ਨਾਲ, ਜੇ ਕੋਈ ਕਹਿ ਲਓ ਵੀ ਜਿੱਥੇ ਤੁਹਾਡੀ ਕੋਈ ਕਰ ਸਕਦਾ ਮਦਦ, ਜਿਵੇਂ ਵੀ ਕਰਨਾ ਚਾਹੁੰਦਾ, ਕੋਈ ਆਪਣੀ ਆਵਾਜ਼ ਰਾਹੀਂ, ਕੋਈ ਤੁਹਾਡੇ ਨਾਲ ਮਿਲ ਕੇ, ਕੋਈ ਕਿਸੇ ਤਰੀਕੇ ਨਾਲ ਕੋਈ ਚੀਜ਼ਾਂ ਪਹੁੰਚਾ ਕੇ ਜਾਂ ਕਿੱਦਾਂ ਵੀ ਆ, ਅਸੀਂ ਸਾਰੇ ਰਲ ਕੇ ਇਸੇ ਮੁਹਿੰਮ ਨੂੰ ਅੱਗੇ ਵਧਾਵਾਂਗੇ ਤਾਂ ਜੋ ਸਾਨੂੰ ਇਹ ਕਾਨੂੰਨ ਜਿਹੜੇ ਆ ਵਾਪਸ ਲੈ ਜਾਣ। ਇਹ ਕੋਈ ਵੀ ਕਿਸੇ ਦਾ, ਸਭ ਤੋਂ ਵੇਖੋ ਕਿ ਸਾਡੇ ਖੇਤੀਬਾੜੀ ਯੂਨੀਵਰਸਿਟੀ ਦੇ ਸੋਇਲ ਸਾਇੰਟਿਸਟ ਜਿਨ੍ਹਾਂ ਨੂੰ ਅਵਾਰਡ ਮਿਲ ਰਿਹਾ ਸੀਗਾ, ਜਿਨ੍ਹਾਂ ਨੇ ਉੱਥੇ ਔਨ ਦੀ
ਸਟੇਜ ਅਵਾਰਡ ਨੂੰ ਮਨਾ ਕਰਕੇ ਆ ਗਏ। ਸੋ ਇਹ ਤੋਂ ਵੱਧ ਕੇ ਇਹਨਾਂ ਨੂੰ ਮੈਨੂੰ ਨਹੀਂ ਸਮਝ ਲੱਗਦੀ ਕਿ ਜਦੋਂ ਇੱਕ ਸਾਇੰਸਦਾਨ ਵੀ ਇਸ ਚੀਜ਼ ਨੂੰ ਰਿਜੈਕਟ ਕਰ ਰਿਹਾ ਤੇ ਤੁਸੀਂ ਕਿੰਨਾ ਕੀ ਸਾਬਤ ਕੀ ਕਰਨਾ ਚਾਹੁੰਦੇ ਜੇ। ਤੇ ਪੈਸਾ ਇਹ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹੁਣ ਆੜਤੀਆਂ ਦੇ ਉੱਤੇ ਇਨਕਮ ਟੈਕਸ ਦੀ ਰੇਡ ਹੋ ਗਈ ਹੈ ਤੇ ਇਹ ਤੁਹਾਨੂੰ ਲੱਗਦਾ ਵੀ ਇੱਕ ਹੋਰ ਪਾਸੇ ਨੂੰ ਲੈ ਕੇ ਜਾ ਰਹੇ ਹੈ। ਵੇਖੋ ਇਹ ਨਿੱਕੇ ਨਿੱਕੇ ਇਹਨਾਂ ਨੇ ਜਿਹੜੀਆਂ ਉਹ ਕੀ ਕਹਿੰਦੇ ਟਟੋਚਲੀਆਂ ਜੀਆਂ ਕਰਦੇ ਨੇ, ਇਹਨਾਂ ਨਾਲ ਕੋਈ ਫਰਕ ਨਹੀਂ ਪੈਣਾ। ਉਹ ਵੀ ਇੱਕ ਕਿਸਾਨ ਨੇ, ਉਹਨਾਂ ਨੂੰ ਵੀ ਪਤਾ ਵੀ ਜੋ ਕਰਨਾ ਕਰ ਲੈਣ, ਕੁਛ ਨਹੀਂ ਕਰ ਸਕਦੇ। ਇਹੋ ਜਿਹਾ ਕਰਕੇ ਕੀ ਇੱਕ ਨੂੰ ਦੋ ਨੂੰ ਤਾਂ ਕਰੇ, ਕਿੰਨਾ ਕੁ ਚਿਰ ਕਰਨਗੇ। ਬਾਕੀ ਕਰਨਗੇ ਵੀ ਕਿ ਉਹ ਵੀ ਇੱਕ ਕਿਸਾਨ ਹੈ, ਉਹ ਵੀ ਲੜਨਗੇ, ਕੋਈ ਗੱਲ ਨਹੀਂ ਗੀ। ਇਹਨਾਂ ਮੁੱਦਿਆਂ ਨੂੰ ਹੁਣ ਜਿਵੇਂ ਉਹ 4 ਕੇ ਜਾਣੇ ਉਹਨਾਂ ਦੇ ਆਪਣੇ ਬੀਜੇਪੀ ਦੇ ਬਿਠਾ ਕੇ SYL ਦੇ ਮੁੱਦੇ ਜਾਂ ਹੋਰ ਦੂਜੇ ਤੀਜੇ ਲਿਆ ਕੇ ਜੀ ਅਸੀਂ ਕਿਸਾਨ ਆ, ਇਹ ਉਹ ਕਲੀਅਰ ਕਰ ਦਿੰਦੇ ਆ। ਮੈਂ ਤਾਂ ਇਹੀ ਕਹੂੰਗਾ ਕਿ ਇੱਥੇ ਮੀਡੀਆ ਦਾ ਵੀ ਬਹੁਤ ਇੰਪੋਰਟੈਂਟ ਰੋਲ ਆ ਕਿ ਉਹਨਾਂ ਨੂੰ ਬਹੁਤ ਕਲੀਅਰ ਹੋ ਕੇ ਹਰ ਇੱਕ ਚੀਜ਼ ਨੂੰ ਵੇਖਣਾ ਚਾਹੀਦਾ। ਇੰਸਟੈਡ ਆਫ ਇਹ ਨਹੀਂ ਹੈ ਕਿ ਇਕੱਲੀ ਹੁਣ ਇਹੀ ਤਾਂ ਇੱਕ ਮੌਕਾ ਕਲੀਅਰ ਦੱਸੇ ਵੀ ਉਹ ਕੀ ਸਰਕਾਰ ਦੀ ਆ। ਕਿ ਜੇ ਮਤਲਬ ਚਲੋ ਮੈਂ ਕਹਿੰਦਾ ਕਿ ਉਹਨਾਂ ਨੇ ਕਰ ਦਿੱਤਾ ਵੀ ਇਹ ਸਰਕਾਰ ਨੇ ਜੀ ਇਹ ਕਹਿਤਾ, ਕੋਈ ਆ ਕੇ ਜਸਟੀਫਾਈ ਤਾਂ ਕਰੇ ਕਿੱਦਾਂ ਸਹੀ ਨੇ, ਕੋਈ ਕਿਉਂ ਨਹੀਂ ਉਹਨਾਂ ਨੂੰ ਜਸਟੀਫਾਈ ਕਰ। ਜਿੰਨਾ ਜਦੋਂ ਸਾਡੀ ਸਾਡੀ ਸਮੇਂ ਦੇ ਹਿਸਾਬ ਨਾਲ ਸਾਨੂੰ ਨਹੀਂ ਇਹ ਲੱਗਦਾ ਵੀ ਸਾਡੇ ਲਈ ਉਚਿਤ ਨੇ। ये देखिए ये थे गुरु नानक देव यूनिवर्सिटी के एग्रीकल्चर विभाग के प्रोफेसर अमरिंदर सिंह रियाड़, जिनका कहना है कि आखिरकार ये केंद्र सरकार कानून किसके लिए लाई है। कानून तो किसानों के लिए है, उन्हें और बता रही है कि ये कानून किसानों के लिए बहुत बेहतर हैं, लेकिन किसानों का कहना है कि हमें ऐसे कानून नहीं चाहिए क्योंकि ये काले कानून है और हमारी खेती को बर्बाद कर देंगे। अब अगर किसान ही नहीं चाहते हैं ये कानून पर लागू किए जाएं तो फिर केंद्र सरकार क्यों ऐसे इन पर कानून थोपने पर लगी हुई है। यानी कि मान ना मान मैं तेरा मेहमान वाली बात। इन्होंने ये भी कहा है कि पगड़ी संभाल जट्टा, आज से कुछ करीब 100 साल पहले भी एक बार ये मुहिम शुरू हुई थी, तब भी किसानों को लंबा संघर्ष करना पड़ा था। इस बार भी किसान जो है लंबे संघर्ष के मूड में है। सरकार की ईंट से ईंट बजा देंगे, सरकार जो चाहती है वो कर ले, लेकिन किसान अब ये जो तीनों काले कानून हैं उन्हें रद्द करवाए बिना नहीं मानेंगे। अमृतसर से किसान दिवस पर D4U न्यूज़ के लिए दीपक भंडारी की खास रिपोर्ट।